ਆਦ ਕੀਆਂ ਕਥਾ ਕਹਾਣੀਆਂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਕਾਬਿਲ ਅਦਬ ਪਰਮ ਸਨਮਾਨਯੋਗ ਛਤਰ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਸਦਕਾ ਅੱਜ ਆਪਾਂ ਅਸ਼ਟਮ ਬਲਬੀਰਾ 8ਵੇਂ ਗੁਰਦੇਵ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਇਤਿਹਾਸ ਸਤਿਗੁਰਾਂ ਦੇ ਰਹਿਮਤ ਬਖਸ਼ਿਸ਼ ਨੂੰ ਜਾਣਨ ਦਾ ਯਤਨ ਕਰਨਾ ਹੈ। ਤੋ ਕਰੋ ਕਿਰਪਾ, ਬਖਸ਼ੋ ਅਸੀਸ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਸਤਿਗੁਰਾਂ ਦਾ ਜਦੋਂ ਅਸੀਂ ਜੀਵਨ ਇਤਿਹਾਸ ਪੜ੍ਹਦੇ ਹਾਂ ਤਾਂ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ 7ਵੇਂ ਗੁਰਦੇਵ ਔਰ ਮਾਤਾ ਕ੍ਰਿਸ਼ਨ ਕੌਰ, ਜਿਨ੍ਹਾਂ ਨੂੰ ਕੋਟ ਕਲਿਆਣੀ ਵੀ ਆਖਿਆ ਜਾਂਦਾ, ਔਰ ਪੁਰਾਤਨ ਜਿਵੇਂ ਰਿਵਾਜ ਹੁੰਦਾ ਸੀ ਕਿ ਪੇਕੇ ਘਰ ਦੇ ਵਿੱਚ ਨਾਮ ਜਿਹੜਾ ਹੈ ਉਹ ਕੁਝ ਹੋਰ ਹੁੰਦਾ, ਸਹੁਰੇ ਘਰ ਦੇ ਵਿੱਚ ਨਾਮ ਤਬਦੀਲ ਕਰਕੇ ਰੱਖਿਆ ਜਾਂਦਾ। ਅੱਜ ਵੀ ਆਪਾਂ ਦੇਖਦੇ ਹਾਂ ਜਿਹੜੇ ਲੋਕ ਜਾਤਾਂ ਗੋਤਾਂ 'ਚ ਫਸੇ ਹੈ, ਗੁਰਸਿੱਖ ਜਿਹੜਾ ਗੁਰੂ ਦੀ ਮੱਤ ਨੂੰ ਮੰਨਦਾ ਉਹ ਤਾਂ ਨਹੀਂ, ਲੇਕਿਨ ਜਿਹੜਾ ਜਾਤਾਂ ਗੋਤਾਂ 'ਚ ਫਸਿਆ ਉਹ ਜਦੋਂ ਬੱਚੀ ਵਿਆਹ ਕੇ ਉਸ ਘਰ ਆਉਂਦੀ ਹੈ ਤਾਂ ਉਹ ਬੱਚੀ ਦੇ ਨਾਮ ਨਾਲੋਂ ਉਹਦੇ ਪਿਤਾ ਵਾਲੀ ਫਿਰ ਜਾਤ ਗੋਤ ਲਾਹ ਕੇ ਤੇ ਆਪਣੀ ਲਾਉਂਦੇ ਆ ਜੀ, ਇਹ ਹੁਣ ਆ ਹੋ ਗਿਆ। ਤੋ ਮਾਤਾ ਕ੍ਰਿਸ਼ਨ ਕੌਰ ਜੀ ਹੋਣਾ ਦੀ ਕੁੱਖ ਤੋਂ 1650 ਦੇ ਵਿੱਚ ਪਹਿਲੇ ਬੱਚੇ ਦਾ ਜਨਮ ਹੋਇਆ, ਜਿਨ੍ਹਾਂ ਦਾ ਨਾਮ ਰਾਮ ਰਾਏ ਰੱਖਿਆ ਗਿਆ। ਔਰ ਇਹ ਕੀਰਤਪੁਰ ਸਾਹਿਬ ਦੀ ਧਰਤੀ ਜਿਹਨੂੰ ਵਸਾਇਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ 1624 ਵਿੱਚ ਮਹਾਰਾਜ ਜੀ ਨੇ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਹੋਣਾ ਤੋਂ ਮੋਹੜੀ ਕਢਵਾਈ ਤੇ 1626 ਤੱਕ ਇਹ ਨਗਰ ਕੀਰਤਪੁਰ ਸਾਹਿਬ ਜਿਹੜਾ ਸੀ ਉਹ ਵਸ ਗਿਆ। ਤੇ ਇੱਥੇ ਹੀ 6ਵੇਂ ਪਾਤਸ਼ਾਹ ਮਹਾਰਾਜ ਸਤਿਗੁਰਾਂ ਨੇ ਵੀ ਆਪਣਾ ਨਿਵਾਸ ਇੱਥੇ ਰੱਖਿਆ। 1644 ਵਿੱਚ ਮਹਾਰਾਜ ਇੱਥੇ ਸਰੀਰਕ ਚੋਲਾ ਤਿਆਗਦੇ, ਜੋਤੀ ਜੋਤ ਸਮਾਉਂਦੇ 6ਵੇਂ ਪਾਤਸ਼ਾਹ। ਇਸੇ ਹੀ ਧਰਤੀ ਤੇ 1630 ਵਿੱਚ ਗੁਰੂ ਹਰਿਰਾਏ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ। 14 ਸਾਲ ਦੇ ਨੇ ਗੁਰੂ ਹਰਿਰਾਏ ਸਾਹਿਬ ਮਹਾਰਾਜ 7ਵੇਂ ਗੁਰਦੇਵ ਜਦੋਂ ਤਖਤ ਤੇ ਗੱਦੀ ਤੇ ਬੈਠਦੇ ਆ, ਔਰ ਉਹਨਾਂ ਦੇ ਫਿਰ ਗ੍ਰਹਿ, ਉਹਨਾਂ ਦੀ ਸ਼ਾਦੀ, ਉਹਨਾਂ ਦਾ ਆਨੰਦ ਕਾਰਜ ਹੁੰਦਾ ਹੈ ਬੁਲੰਦ ਸ਼ਹਿਰ ਮਾਤਾ ਕ੍ਰਿਸ਼ਨ ਕੌਰ ਜੀ ਹੋਣਾ ਨਾਲ। ਔਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੀ 1650 ਵਿੱਚ ਪਹਿਲੀ ਸੰਤਾਨ ਦੇ ਰੂਪ ਦੇ ਵਿੱਚ ਬਾਬਾ ਰਾਮ ਰਾਏ ਜੀ ਹੋਣਾ ਦਾ ਜਨਮ ਹੁੰਦਾ। ਔਰ ਇਸੇ ਹੀ ਧਰਤ ਤੇ ਜਿੱਥੇ ਅੱਜ ਆਪਾਂ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਦੇ ਦਰਸ਼ਨ ਕਰਦੇ ਹਾਂ, ਇਸ ਜਗ੍ਹਾ ਤੇ ਮਾਤਾ ਕ੍ਰਿਸ਼ਨ ਕੌਰ ਜੀ ਹੋਣਾ ਦੀ ਕੁੱਖ ਤੋਂ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ 1656 ਈਸਵੀ ਸਨ ਦੇ ਵਿੱਚ ਮਹਾਰਾਜ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ। ਕੀਰਤਪੁਰ ਸਾਹਿਬ ਦੀ ਉਹ ਧਰਤੀ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਚਰਨ ਪਾ ਕੇ ਨਵਾਜਿਆ। ਪੀਰ ਬੁੱਢਣ ਸ਼ਾਹ ਵਰਗੀਆਂ ਰੂਹਾਂ ਨੂੰ ਮਹਾਰਾਜ ਰਹਿਮਤਾਂ ਕਰਕੇ ਜੀਵਨ ਦੀ ਜਾਚ, ਜੀਵਨ ਦੀ ਸੋਝੀ ਬਖਸ਼ਦੇ। 6ਵੇਂ ਗੁਰਦੇਵ ਮਹਾਰਾਜ ਇਸ ਧਰਤ ਤੇ ਹੀ ਆਪਣਾ ਸਰੀਰਕ ਚੋਲਾ ਤਿਆਗਦੇ। ਹੁਣ 7ਵੇਂ ਗੁਰਦੇਵ ਤੇ 8ਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਉਸ ਧਰਤ ਤੇ ਹੋਇਆ।
ਇੱਕ 7ਵੇਂ ਗੁਰਦੇਵ ਨੇ 10 ਪਾਤਸ਼ਾਹੀਆਂ ਦੇ ਵਿੱਚੋਂ, ਜਿਨ੍ਹਾਂ ਦਾ ਜਿੱਥੇ ਪ੍ਰਕਾਸ਼ ਹੋਇਆ ਉੱਥੇ ਹੀ ਉਹਨਾਂ ਨੇ ਸਰੀਰਕ ਚੋਲਾ ਤਿਆਗਿਆ। ਨਹੀਂ ਤੇ ਬਾਕੀ 9 ਪਾਤਸ਼ਾਹੀਆਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਦਾ, ਪਰ ਮਹਾਰਾਜ ਜੋਤੀ ਜੋਤ ਸਮਾਉਂਦੇ ਆ ਕਰਤਾਰਪੁਰ ਸਾਹਿਬ ਦੀ ਧਰਤੀ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਸਰਾਏ ਨਾਗਾ ਨਾਗੇ ਦੀ ਸਰੰਜ ਨੂੰ ਕਹਿੰਦੇ, ਲੇਕਿਨ ਮਹਾਰਾਜ ਸਰੀਰਕ ਚੋਲਾ ਤਿਆਗਦੇ ਖਡੂਰ ਸਾਹਿਬ। ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਆ ਉਹ ਆਪਾਂ ਉਸ ਧਰਤ ਦੇ ਉੱਤੇ ਬਾਸਰ ਕੇ ਨਗਰ ਹੁੰਦਾ ਆ, ਲੇਕਿਨ ਸਰੀਰਕ ਚੋਲਾ ਗੋਇੰਦਵਾਲ ਸਾਹਿਬ ਤਿਆਗਦੇ। ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਚੂਨਾ ਮੰਡੀ ਲਾਹੌਰ ਹੈ, ਸਰੀਰਕ ਚੋਲਾ ਗੋਇੰਦਵਾਲ ਸਾਹਿਬ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੋਇੰਦਵਾਲ ਸਾਹਿਬ ਦਾ, ਲੇਕਿਨ ਸ਼ਹਾਦਤ ਲਾਹੌਰ ਦੀ ਧਰਤੀ। 6ਵੇਂ ਗੁਰਦੇਵ ਜੀ ਦਾ ਜੋ ਪ੍ਰਕਾਸ਼ ਹੈ ਉਹ ਗੁਰੂ ਕੀ ਵਡਾਲੀ, ਲੇਕਿਨ ਸਰੀਰਕ ਚੋਲਾ ਉਹਨਾਂ ਨੇ ਕੀਰਤਪੁਰ ਸਾਹਿਬ ਤਿਆਗਿਆ। 7ਵੇਂ ਗੁਰਦੇਵ ਕੀਰਤਪੁਰ ਸਾਹਿਬ ਵੀ ਉਹਨਾਂ ਦਾ ਪ੍ਰਕਾਸ਼ ਹੈ, ਉੱਥੇ ਉਹਨਾਂ ਸਰੀਰਕ ਚੋਲਾ ਤਿਆਗਿਆ। ਅੱਗੇ ਫਿਰ ਹੁਣ ਜਦੋਂ 7ਵੇਂ ਗੁਰਦੇਵ ਜੀ ਦੇ ਗ੍ਰਹਿ ਵਿਖੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ ਔਰ ਸੰਗਤ ਦੇ ਵੱਲੋਂ ਵਧਾਈਆਂ ਮਿਲੀਆਂ, ਖੁਸ਼ੀ ਮਨਾਈ ਗਈ, ਉਹਦੇ ਤੋਂ ਬਾਅਦ ਹੁਣ ਵਿਚਾਰ ਇਹ ਚੱਲੀ, ਸਮਾਂ ਪਾ ਕੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਖਿਆਲ, ਇਹ ਵਿਚਾਰ ਦੇ ਦਿੱਤਾ ਹੈ ਕਿ ਅਸੀਂ ਹੁਣ ਸਰੀਰਕ ਚੋਲੇ ਨੂੰ ਤਿਆਗਣਾ, 7ਵੇਂ ਗੁਰਦੇਵ ਜੀ ਨੇ। ਔਰ ਜਦੋਂ ਉਹਨਾਂ ਨੇ ਸਰੀਰਕ ਚੋਲੇ ਨੂੰ ਤਿਆਗਣ ਦੀ ਬਾਤ ਕੀਤੀ ਹੈ ਤਾਂ ਸੰਗਤ ਦੇ ਵਿੱਚ ਸੀ ਵੀ 2 ਪੁੱਤਰ ਹੈ ਮਹਾਰਾਜ ਦੇ, ਦੋਨਾਂ ਵਿੱਚੋਂ ਗੁਰਤਾ ਗੱਦੀ ਕਿਸ ਨੂੰ ਪ੍ਰਾਪਤ ਹੋਏਗੀ? ਸੰਗਤ ਕਹਿੰਦੀ ਹੈ ਦੋਨੇ ਹੀ ਲਾਇਕ ਨੇ, ਬਾਣੀ ਪੜ੍ਹਦੇ ਆ, ਗੁਰੂ ਦੇ ਸ਼ਬਦ ਦੇ ਨਾਲ ਇਸ ਤਰ੍ਹਾਂ ਜੁੜਦੇ ਆ, ਪਰ ਮਹਾਰਾਜ ਸੱਚੇ ਪਾਤਸ਼ਾਹ ਇਸ 'ਤੇ ਵੀ ਕਸਵੱਟੀ ਲਾਉਂਦੇ ਆ। ਇੱਕ ਪਾਸੇ ਪੀੜਾ ਸਾਹਿਬ ਤੇ ਪੋਥੀ ਸਾਹਿਬ ਪ੍ਰਕਾਸ਼ ਕਰਕੇ ਬਾਬਾ ਰਾਮ ਰਾਏ ਬਾਣੀ ਪੜ੍ਹ ਰਹੇ, ਇੱਕ ਪਾਸੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ। ਔਰ ਮਹਾਰਾਜ ਖੰਦੂਈ ਦਿੰਦੇ ਆ ਵੀ ਪਾਵੇ ਵਿੱਚ ਚਬੋ ਕੇ ਦੇਖੋ, ਜਦੋਂ ਆਖਿਆ ਨੇ ਇੱਕੋ ਜਿਹੇ ਜੀ ਬੜਿਆ ਪਿਆਰ ਨਾਲ ਸ਼ਬਦ ਪੜ੍ਹਦੇ ਆ। ਇੱਕ ਪਾਸੇ ਬਾਬਾ ਰਾਮ ਰਾਏ ਮਹਾਰਾਜ ਨੇ ਪ੍ਰਗਟ ਕੀਤਾ ਕਿ ਜਿਨ੍ਹਾਂ ਨੇ ਸ਼ਬਦ ਪੜ੍ਹ ਤਾਂ ਰਹੇ ਲੇਕਿਨ ਹਿਰਦੇ ਵਿੱਚ ਨਹੀਂ ਵਸਿਆ, ਅੰਦਰ ਉਹ ਜੋ ਗੁਰੂ ਦਾ ਸ਼ਬਦ ਵਸ ਕੇ ਰਹਿਮਤ ਵਰਤਣੀ ਚਾਹੀਦੀ ਉਹ ਨਹੀਂ ਆਈ। ਲੇਕਿਨ 8ਵੇਂ ਗੁਰਦੇਵ ਮਹਾਰਾਜ ਬਾਣੀ ਪੜ੍ਹਦੇ, ਗੁਰੂ ਦੇ ਸ਼ਬਦ ਦਾ ਜਾਪ ਕਰਦੇ ਆ, ਸ਼ਬਦ ਦਾ ਹੀ ਰੂਪ ਹੋ ਗਿਆ। ਫਿਰ ਉਹਦੇ ਤੋਂ ਬਾਅਦ ਅਗਲੀ ਖੇਡ ਵਰਤੀ। ਵਕਤ ਦੀ ਹਕੂਮਤ ਦਾ ਬਾਦਸ਼ਾਹ ਔਰੰਗਜ਼ੇਬ ਉਹ ਗੁਰੂ ਹਰਿ ਸਾਹਿਬ ਜੀ ਨੂੰ ਬੁਲਾਉਂਦਾ, ਕਿਉਂਕਿ ਧੀਰਮਲ ਵਰਗਿਆਂ ਨੇ ਸ਼ਿਕਾਇਤ ਕੀਤੀ ਬਈ ਗੁਰਤਾ ਗੱਦੀ ਜਿਹੜੀ ਹੈ ਸਾਡਾ ਹੱਕ, ਜਾਂ ਹੋਰ ਅਨੇਕਾਂ ਚੀਜ਼ਾਂ ਨੂੰ ਲੈ ਕੇ ਆਖਿਆ ਤੁਸੀਂ ਦਿੱਲੀ ਆਓ, ਜਵਾਬ ਤਲਬੀ ਕਰੋ। ਮਹਾਰਾਜ ਸਿੱਖਾਂ ਨਾਲ ਸਲਾਹ ਕਰਦੇ। ਗੁਰੂ ਕੇ ਸਿੱਖ ਕਹਿੰਦੇ ਮਹਾਰਾਜ ਜੇ ਅਸੀਂ ਨਹੀਂ ਜਾਂਦੇ ਤਾਂ ਧੀਰਮਲ ਵਰਗਿਆਂ ਨੂੰ, ਉਹਨਾਂ ਲੋਕਾਂ ਨੂੰ ਇਹ ਮੌਕਾ ਮਿਲੇਗਾ ਵੀ ਵੇਖੋ ਜੀ ਬਾਦਸ਼ਾਹ ਜੀ ਤੁਹਾਡੀ ਵੀ ਕਿਹੜੀ ਬਾਤ, ਕੋਈ ਡਰ ਭੈ ਜਿਹੜਾ ਰੱਖਦੇ ਨਹੀਂ, ਹਕੂਮਤ ਨਾਲ ਵਿਗਾੜ ਪੈਦਾ ਹੋਏਗਾ, ਆਪਾਂ ਚਾਹੁੰਦੇ ਨਹੀਂ। ਤੇ ਜੇ ਤੁਸੀਂ ਆਪ ਨਾ ਜਾਓ ਕਿ ਸਿੱਖ ਨੂੰ ਭੇਜ ਦਿਓ। ਮਹਾਰਾਜ ਆਖਿਆ ਅਸੀਂ ਆਪਣੇ ਪੁੱਤਰ ਨੂੰ ਭੇਜਦੇ, ਔਰ ਪੁੱਤਰ ਹੈ ਬਾਬਾ ਰਾਮ ਰਾਏ ਵੱਡੇ ਨੇ, ਉਹਨਾਂ ਨੂੰ ਭੇਜਿਆ। ਨਾਲ ਮਹਾਰਾਜ ਨੇ ਅਸੀਸ ਦਿੱਤੀ, ਇਹ ਵਸਤਰ ਵੀ ਦਿੱਤਾ ਕਿ ਗੁਰੂ ਤੇ ਭਰੋਸਾ ਰੱਖੀ, ਪ੍ਰਤੀਤ ਰੱਖੀ, ਡੋਲੀ ਨਾ, ਜੋ ਕਹੇਗਾ ਮਾਲਕ ਉਹੀ ਕਰ ਦੇਗਾ, ਤੇਰੀ ਰਸਨਾ ਤੇ ਵਾਸ ਹੋਏਗਾ। ਚਲੇ ਗਏ, ਲੇਕਿਨ ਜਾ ਕੇ ਜਿੱਥੇ ਆਪਾਂ ਗੁਰਦੁਆਰਾ ਅੱਜ ਜਿਹੜਾ ਹੈ ਜਮਨਾ ਦੇ ਕੰਢੇ ਮਜਨੂ ਕਾ ਟਿੱਲਾ ਦਰਸ਼ਨ ਕਰਦੇ, ਇੱਥੇ 6ਵੇਂ ਪਾਤਸ਼ਾਹ ਨੇ ਜਾ ਕੇ ਟਿਕਾਣਾ ਕੀਤਾ ਸੀ। ਜਦੋਂ ਮਹਾਰਾਜ ਗਏ ਅਤੇ ਗਵਾਲੀਅਰ ਪਰਤ ਕੇ ਸਤਿਗੁਰੂ ਮਹਾਰਾਜ ਕਿਲੇ ਵਿੱਚ ਰਹੇ, ਫਿਰ ਚੰਦੂ ਨੂੰ ਉੱਥੋਂ ਫੜ ਕੇ ਜਦੋਂ ਲਿਆਂਦਾ, ਉਹ ਖੂਹ ਅੱਜ ਵੀ ਮਜਨੂ ਕੇ ਟਿੱਲੇ ਗੁਰਦੁਆਰਾ ਸਾਹਿਬ ਦੇ ਬਾਹਰ-ਬਾਹਰ ਆਪਾਂ ਦੇਖਦੇ, ਜਦੋਂ ਅੰਦਰ ਵੜਦੇ ਸੱਜੇ ਹੱਥ, ਜਿੱਥੇ ਬਾਬਾ ਰਾਮ ਰਾਏ ਲਈ ਚਾਦਰ ਵਿਛਾਈ ਤੇ ਉਹਦੇ ਉੱਤੇ ਉਹ ਇਸ ਤਰ੍ਹਾਂ ਬਹਿ ਗਏ ਵੀ ਜਿਵੇਂ ਧਰਤੀ ਤੇ ਬੈਠੇ ਹੋਣ। ਸਾਡੇ ਇਤਿਹਾਸ ਨੇ 72 ਕਰਾਮਾਤਾਂ ਦਾ ਜ਼ਿਕਰ ਕੀਤਾ, ਵਿਖਾਈਆਂ ਬਹੁਤ ਜ਼ਿਆਦੀਆਂ, ਲੇਕਿਨ ਗੱਲ ਅਖੀਰ ਤੇ ਇੱਥੇ ਅੜ ਗਈ
ਬਈ ਉਹਨਾਂ ਕਾਜੀ ਮੁਲਾਣਿਆਂ ਨੇ ਆਖਿਆ ਵੀ ਇਹ ਤੇ ਅਸੀਂ ਉਲਟ ਕੀਤਾ ਸੀ ਕੰਮ, ਵੀ ਇਹ ਮਾਣ ਸ਼ਾਨ ਘਟੇਗਾ, ਸਗੋਂ ਬਾਦਸ਼ਾਹ ਤੇ ਇਹਨਾਂ ਤੇ ਹੋਰ ਜ਼ਿਆਦਾ ਅਕੀਦਾ ਲਿਆਉਣ ਲੱਗ ਪਿਆ। ਉਹ ਕਹਿੰਦੇ ਜੇ ਇਹਨਾਂ ਨੂੰ ਪੁੱਛੋ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਆਸਾ ਕੀ ਵਾਰ ਵਿੱਚ ਇਹ ਕੁਝ ਲਿਖਿਆ ਬਈ ਮਿੱਟੀ ਮੁਸਲਮਾਨ ਕਿਉਂ? ਕਹਿੰਦਾ ਨਹੀਂ ਜੀ, ਇਹ ਲਿਖਾਰੀ ਦੀ ਗਲਤੀ, ਉੱਥੇ ਮਿੱਟੀ ਬੇਈਮਾਨ। ਅਸਲ ਕਾਰਨ ਕੀ ਸੀ? ਬਾਬਾ ਰਾਮ ਰਾਏ ਡੋਲ ਗਿਆ ਅੰਦਰੋਂ। ਡੋਲਿਆ ਕਿਉਂ? ਵੀ ਜੇ ਮੈਂ ਇਹਨੂੰ ਇਸ ਤਰ੍ਹਾਂ ਕਹਿ ਦਿੰਦਾ ਤੇ ਕਿਤੇ ਬਾਦਸ਼ਾਹ ਨਾਰਾਜ਼ ਨਾ ਹੋ ਜਾਏ, ਮੇਰੇ ਤੇ ਕੋਈ ਆਫਤ ਨਾ ਆ ਜਾਏ, ਜਾਂ ਐਡੀ ਮੈਨੂੰ ਇੱਜ਼ਤ ਪੱਤ ਮਿਲ ਰਹੀ ਹੈ, ਇੰਨਾ ਧਨ ਪਦਾਰਥ ਵੀ ਦੇ। ਬੰਦਾ ਕਈ ਵਾਰ ਹਿਰਸ ਵਿੱਚ ਆ ਕੇ, ਤੇ ਮਹਾਰਾਜ ਗੁਰਬਾਣੀ 'ਚ ਕਹਿੰਦੇ ਜਿਨ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ। ਗੋਪਿਆ ਦਾ ਅਰਥ ਜਿਨ੍ਹਾਂ ਆਪਣੇ ਗੁਰੂ ਨੂੰ ਛੁਪਾਇਆ। ਛੁਪਾਉਣ ਦਾ ਭਾਵ ਜਿਨ੍ਹਾਂ ਨੇ ਗੁਰੂ ਦੀ ਬਾਣੀ ਦੇ ਅਰਥ ਸਹੀ ਲੁਕਾ ਕੇ ਤੇ ਗਲਤ ਕੀਤੇ, ਆਪਣੇ ਅਨੁਸਾਰ ਆਪਣਾ ਜਿਹੜਾ ਆ ਉਹ ਮੰਤਵ ਸਿੱਧ ਕਰਨ ਲਈ। ਅੱਜ ਵੀ ਬਥੇਰੇ ਲੋਕ ਹੈ ਗੁਰੂ ਦੀ ਬਾਣੀ ਦੀਆਂ ਪੰਕਤੀਆਂ ਆਪਣੇ ਕਰਮ ਨੂੰ ਸਿੱਧਾ ਦਰਸਾਉਣ ਲਈ ਜਾਂ ਆਪਣੇ ਆਪ ਨੂੰ ਸਹੀ ਦਰਸਾਉਣ ਲਈ ਉਹਦੀ ਵਰਤੋਂ ਕਰ ਲੈਂਦੇ। ਮਹਾਰਾਜ ਕਹਿੰਦੇ ਜਿਨ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਹਰ ਜਿਉ ਤਿਨ ਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਤਿਆਰੀ। ਉਹਨਾਂ ਦਾ ਤਾਂ ਦੀਦਾਰ ਵੀ ਨਹੀਂ ਕਰਨਾ। ਮਹਾਰਾਜ ਤੱਕ ਖਬਰ ਪਹੁੰਚੀ ਕਿ ਰਾਮ ਰਾਏ ਨੇ ਆਹ ਕੰਮ ਕਰ ਦਿੱਤਾ। ਇੱਕ ਧਿਆਨ ਕਰਨਾ, ਇੱਕ ਪਾਸੇ ਸਰੀਰਕ ਚੋਲੇ ਦੀ ਬਾਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਾਜੀ ਲੱਤ ਮਾਰਦਾ, ਮਹਾਰਾਜ ਕਹਿੰਦੇ ਜਿਹੜੇ ਪਾਸੇ ਤੇਰੇ ਰੱਬ ਦਾ ਘਰ ਨਹੀਂ ਸਾਨੂੰ ਉਧਰ ਕਰ ਦੇ। ਗੁਰੂ ਅਮਰਦਾਸ ਜੀ ਨੂੰ ਆ ਕੇ ਬਾਬਾ ਦਾਤੂ ਲੱਤ ਮਾਰਦਾ, ਮਹਾਰਾਜ ਉਹਦੇ ਚਰਨ ਪਕੜ ਲੈਂਦੇ, ਕੋਈ ਬਚਨ ਨਹੀਂ ਕਹਿੰਦੇ। ਪਰ ਕੋਈ ਸ਼ਬਦ ਨਾਲ ਇਸ ਤਰ੍ਹਾਂ ਕਰੇ, ਇਹ ਮਹਾਰਾਜ ਕਹਿੰਦੇ ਸਹਾਰਿਆ ਨਹੀਂ ਜਾ ਸਕਦਾ, ਭਾਵੇਂ ਆਪਣਾ ਪੁੱਤ ਵੀ ਕਿਉਂ ਨਾ ਹੋਵੇ। ਮਹਾਰਾਜ ਨੇ ਕਹਿ ਦਿੱਤਾ ਵੀ ਉਹਨੂੰ ਕਹੋ ਜਿੱਧਰ ਮੂੰਹ ਉੱਧਰ ਹੀ ਚਲਾ ਜੇ, ਸਾਡੇ ਮੱਥੇ ਨਾ ਲੱਗੇ ਆ ਕੇ। ਇਹ ਸ਼ਬਦ ਕਹਿ ਦਿੱਤੇ। ਹੁਣ ਗੁਰਤਾ ਗੱਦੀ ਦੀ ਦਾਤ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਮਿਲੀ। 1656 ਦਾ ਮਹਾਰਾਜ ਦਾ ਪ੍ਰਕਾਸ਼ ਆ। 1661 ਵਿੱਚ 5 ਤੋਂ 5.25 ਸਾਲ ਆਰਬਲਾ ਸੀ ਮਹਾਰਾਜ ਦੀ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਤਖਤ ਤੇ ਵਿਰਾਜਮਾਨ ਹੋ ਗਏ। ਇਹ ਦਾਤ ਗੁਰੂ ਘਰ ਦੇ ਵਿੱਚ ਉਮਰਾਂ ਦੀ ਕਹਾਣੀ ਨਹੀਂ ਹੈ। ਕਿਤੇ 74 ਸਾਲ ਦੇ ਹੋ ਕੇ ਬਾਬਾ ਅਮਰਦਾਸ ਜੀ ਤਖਤ ਤੇ ਬੈਠਦੇ, ਔਰ ਇਹ ਦਾਤਾਂ ਵਰਤੀਆਂ, ਇਹ ਬਖਸ਼ਿਸ਼ਾਂ ਵਰਤੀਆਂ। ਹੁਣ ਕਹਿੰਦੇ ਜਦੋਂ ਕਿਤੇ ਦਾਦਾ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿ ਸਾਹਿਬ ਪੋਤਰੇ ਨੂੰ ਦਾਤ ਦਿੰਦੇ ਗੁਰਤਾ ਗੱਦੀ ਦੀ, ਕਿਤੇ ਪੋਤਰਾ ਜਿਹੜਾ ਹੈ ਉਹਨਾਂ ਦੀ ਥਾਂ ਤੇ ਲੱਗਦਾ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਅੱਗੇ ਗੁਰਤਾ ਗੱਦੀ ਦਾਤ ਦਿੰਦੇ। ਇਹ ਬਖਸ਼ਿਸ਼ਾਂ ਗੁਰੂ ਘਰ ਵਿੱਚ ਹੀ। ਔਰ ਜਦੋਂ ਗੁਰਬਾਣੀ 'ਚ ਲਿਖਿਆ ਨਾ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਉੱਥੇ ਧਰੂ ਜੀ ਦੀ ਬਕਾਇਦਾ ਉਮਰ ਵੀ ਲਿਖੀ ਹੈ। 5 ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰਾ ਟਾਰੇ। ਲੇਕਿਨ ਇੱਥੇ 505 ਸਾਲ ਦੀ ਆਰਬਲਾ ਵਿੱਚ ਮਹਾਰਾਜ ਤਖਤ ਤੇ ਬੈਠੇ, ਔਰ ਪੰਥ ਦੀ ਅਗਵਾਈ ਕੀਤੀ ਮਹਾਰਾਜ ਨੇ। ਅਗਵਾਈ ਇਸ ਰੂਪ ਵਿੱਚ ਕੀਤੀ, ਮਹਾਰਾਜ ਨੇ ਬਚਨ ਕਰ ਦਿੱਤਾ ਬਈ ਜਿਹੜਾ ਧੀ ਦਾ ਕਾਤਲ ਹੈ ਉਹ ਗੁਰੂ ਦਰਬਾਰ ਵਿੱਚ ਨਹੀਂ ਆ ਸਕਦਾ। ਰੋਪੜ ਦਾ ਰਹਿਣ ਵਾਲਾ ਸੀ ਰਾਜਾ ਰਾਮ, ਉਹ ਆ ਰਿਹਾ ਧਨ ਪਦਾਰਥ ਲੈ ਕੇ ਵੀ ਮੈਂ ਜਾ ਕੇ ਮੱਥਾ ਟੇਕਣਾ, ਕੁਝ ਕਰਨਾ। ਮਹਾਰਾਜ ਨੇ ਦਰਬਾਨ ਜਿਹੜਾ ਸਿੱਖ ਪਹਿਰਾ ਦੇ ਰਿਹਾ ਦਰਵਾਜ਼ੇ ਤੇ, ਕਹਿ ਦਿੱਤਾ ਵੀ ਇਸ ਤਰ੍ਹਾਂ ਸਰੀਰ ਆਏਗਾ ਉਹਨੂੰ ਅੰਦਰ ਨਹੀਂ ਆਉਣ ਦੇਣਾ। ਉਹ ਜਦੋਂ ਆਏ ਰੋਪੜ ਤੋਂ, ਬਹੁਤ ਸਾਰੇ ਉਹਦੇ ਨਾਲ ਹੋਰ ਵੀ ਸਨ, ਉਹ ਨਾਲ ਦੇ ਸਾਰਿਆਂ ਨੂੰ ਲੰਘਾਈ ਜਾਣ, ਉਹਨੂੰ ਰੋਕ ਲਿਆ ਪਹਿਰੇਦਾਰ ਸਿੱਖ ਨੇ। ਉਹ ਹੁਣ ਸੋਚਦਾ ਵੀ ਮੇਰੇ ਕੋਲੇ ਸਾਜੋ ਸਮਾਨ ਵਧੀਆ ਵਾ, ਪੰਡ ਭਾਰੀ, ਮੈਨੂੰ ਲੱਗਦਾ ਕਿਸੇ VIP ਰਸਤੇ ਰਾਹੀਂ ਲੰਘਾਉਣਗੇ, ਜਿਵੇਂ ਚੱਲਦਾ ਅੱਜ ਕੱਲ੍ਹ ਹੋ ਗਿਆ ਇਹੋ ਜਿਹਾ। ਗੁਰੂ ਘਰ ਦੇ ਵਿੱਚ ਭਾਵੇਂ ਕੋਈ ਨਹੀਂ ਵੀ ਗੋਲਕ ਵਿੱਚ ਪਾਉਣ ਜੋਗਾ, ਉਹਦੇ ਨਾਲ ਵੀ ਉਹੋ ਜਿਹਾ ਵਿਹਾਰ ਹੋਵੇ, ਤੇ ਭਾਵੇਂ ਕੋਈ ਲੱਖਾਂ ਵੀ ਜਿਹੜਾ ਭੇਟਾ ਕਰਨ ਵਾਲਾ ਹੋਵੇ ਉਹਦੇ ਨਾਲ ਵਿਹਾਰ ਉਹੋ ਜਿਹਾ ਹੋਵੇ। ਇਹ ਨਹੀਂ ਹੈ ਕਿ ਧਨਵਾਨ ਨਾਲ ਹੋਰ ਤਰ੍ਹਾਂ ਦਾ ਵਿਹਾਰ ਤੇ ਨਿਰਧਨ ਨਾਲ। ਜੇ ਐਸਾ ਫਿਰ ਉੱਥੇ ਗੁਰੂ ਨਾਨਕ ਦੀ ਵਿਚਾਰਧਾਰਾ ਨਹੀਂ ਹੈ। ਸੰਗਤ ਦੇ ਵਿੱਚ ਸਪੈਸ਼ਲ ਟਰੀਟਮੈਂਟ ਦੀ ਕਹਾਣੀ ਨਹੀਂ, ਸੰਗਤ ਤੋਂ ਸੰਗਤ ਹੈ, ਪੰਗਤ ਪੰਗਤ ਹੈ। ਇਹ ਚੀਜ਼ਾਂ ਤਾਂ ਮਿਟਾਉਣ ਲਈ ਮਹਾਰਾਜ ਨੇ ਦਾਤ ਦਿੱਤੀ ਸੀ। ਉਹ ਹੁਣ ਸੋਚਦਾ ਵੀ ਸ਼ਾਇਦ, ਕਹਿੰਦਾ ਵੀ ਹੁਣ ਲੈ ਕੇ ਚਲੋ ਮੈਨੂੰ ਕਿੱਧਰ ਜਾ। ਉਹ ਕਹਿੰਦੇ ਕਿੱਧਰ ਜਾਣਾ ਤੂੰ? ਸਿੱਖ ਕਹਿੰਦਾ ਮੈਨੂੰ ਅੰਦਰ। ਕਹਿੰਦੇ ਤੂੰ ਅੰਦਰ ਨਹੀਂ ਜਾ। ਕਹਿੰਦਾ ਮੇਰੇ ਨਾਲ ਦੇ ਗਏ, ਮੈਂ ਕਿਉਂ ਨਹੀਂ ਜਾ? ਕਹਿੰਦਾ ਇਹ ਗੁਰੂ ਸਾਹਿਬ ਦਾ ਹੁਕਮ ਹੈ, ਤੂੰ ਦਰਬਾਰ 'ਚ ਨਹੀਂ ਜਾ ਸਕਦਾ। ਹੁਣ ਕਰਲਾਉਣ ਲੱਗਾ ਵੀ ਮੈਨੂੰ ਦੱਸੋ ਸਹੀ ਮੇਰੀ ਗਲਤੀ ਕੀ ਹੈ। ਮਹਾਰਾਜ ਤੱਕ ਬੇਨਤੀ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਇਹਨੂੰ ਪੁੱਛੋ, ਇਹਨੇ
2-3 ਦਿਨ ਪਹਿਲਾਂ ਕੀ ਕੀਤਾ, ਕਿਹੜਾ ਕੁਕਰਮ ਕੀਤਾ। ਹੁਣ ਉਹ ਆਪ ਮੰਨਿਆ ਵੀ ਮੇਰੇ ਘਰ ਧੀ ਪੈਦਾ ਹੋਈ ਸੀ ਅਤੇ ਮੈਂ ਹੱਥ ਵਿੱਚ ਛੁਰਾ ਲੈ ਕੇ ਉਹਨੂੰ ਪਕੜ ਕੇ ਆਖਦਾ ਰਿਹਾ ਕਿ ਜਿਹਨੇ ਲੈਣਾ ਲੈ ਲਓ, ਨਹੀਂ ਤਾਂ ਮੈਂ ਇਹਨੂੰ ਮਾਰ ਦੇਣਾ। ਅਖੀਰ ਮੈਂ ਇਹਨੂੰ ਮਾਰ ਦਿੱਤਾ ਅਤੇ ਮੇਰੇ ਮਨ ਵਿੱਚ ਉਹ ਪਛਤਾਵਾ, ਮੈਂ ਆਖਿਆ ਚਲੋ ਗੁਰੂ ਨੂੰ ਮੱਥਾ ਟੇਕ ਲਈਏ, ਕੋਈ ਚੜ੍ਹਾ ਦਈਏ, ਮੇਰਾ ਪਾਪ ਖਤਮ ਹੋ ਜਾਏਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਬੰਦਾ ਧੀ ਦਾ ਕਾਤਲ ਹੈ, ਕੁੜੀ ਮਾਰ ਹੈ, ਉਹ ਗੁਰੂ ਦੀ ਬਖਸ਼ਿਸ਼ ਲੈਣੀ ਤਾਂ ਇੱਕ ਪਾਸੇ ਰਹੀ, ਉਹ ਗੁਰੂ ਦਾ ਦਰਸ਼ਨ ਵੀ ਨਹੀਂ ਕਰ ਸਕਦਾ। ਇਸੇ ਕਰਕੇ ਅਸੀਂ ਵੀ ਅੱਜ ਵੇਖਣਾ ਹੈ, ਔਰ ਜਿਹੜੇ ਲੋਕ ਮਹਾਰਾਜ ਦਵੇ ਸਭ ਨੂੰ, ਧੀਆਂ ਵੀ ਹੋਣ ਪੁੱਤਰ ਵੀ ਹੋਣ, ਲੇਕਿਨ ਜਦੋਂ ਅਸੀਂ ਪੁੱਤਰਾਂ ਦੀ ਆਸ ਵਿੱਚ ਧੀਆਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੰਦੇ ਹਾਂ, ਚੇਤਾ ਰੱਖਿਓ ਜਿਸ ਪੁੱਤ ਦੀ ਪ੍ਰਾਪਤੀ ਲਈ ਪਹਿਲਾਂ ਇੰਨੀਆਂ ਧੀਆਂ ਮਾਰੀਆਂ, ਉਹ ਪੈਦਾ ਵੀ ਹੋ ਗਿਆ, ਉਹ ਤੁਹਾਡਾ ਹੀ ਖੂਨ ਪੀਵੇਗਾ, ਇਹਦੇ ਤੋਂ ਵੱਧ ਕੇ ਹੋਰ ਕੁਛ ਨਹੀਂ ਕਰ ਸਕਦਾ। ਧੀਆਂ ਤੇ ਇਹੋ ਜਿਹਾ ਜੀਵਨ ਹੈ, ਦੋ ਘਰਾਂ ਦੀਆਂ ਮਾਲਕ, ਦੋਨੋਂ ਘਰਾਂ ਦੀਆਂ ਸੁੱਖਾਂ ਮੰਗਦੀਆਂ। ਸਹੁਰੇ ਘਰ ਜਾਂਦੀਆਂ ਅਤੇ ਉਸ ਘਰ ਦੀ ਸੁੱਖ ਮੰਗਦੀਆਂ, ਪੇਕੇ ਘਰ ਲਈ ਅਰਜ਼ੋਈਆਂ ਕਰਦੀਆਂ। ਮਹਾਰਾਜ ਕਹਿੰਦੇ ਕੁੜੀ ਮਾਰ ਬੰਦੇ ਨੂੰ ਸੰਗਤ ਵਿੱਚ ਥਾਂ ਨਹੀਂ, ਪਛਤਾਇਆ ਔਰ ਰੋਇਆ। ਮਹਾਰਾਜ ਸੱਚੇ ਪਾਤਸ਼ਾਹ ਦੇ ਤੋਂ ਅਗਾਂਹ ਨਹੀਂ। ਸਾਹਿਬ ਕਹਿੰਦੇ ਤੌਬਾ ਕਰ ਤੇ ਤੂੰ ਹੁਣ ਇਸ ਬਾਬਤ ਪ੍ਰਚਾਰ ਕਰੇਂਗਾ ਬਈ ਧੀ ਮਾਰਨੀ ਇਹਦੇ ਨਾਲ ਇਹਦੇ ਵਰਗਾ ਵੱਡਾ ਗੁਨਾਹ ਨਹੀਂ ਹੈ ਦੁਨੀਆ 'ਤੇ। ਉੱਥੇ ਮਹਾਰਾਜ ਪਾਲਕੀ ਸਾਹਿਬ ਦੀ ਨਿਕਲਦੀ ਸੀ, ਇੱਕ ਬੈਸੰਤਰ ਨਾਮ ਦਾ ਬ੍ਰਾਹਮਣ, ਉਹ ਜਾਣ ਕੇ ਲਿਆ ਕੇ ਸਰੀਰ ਜਿਹੜਾ ਉਹ ਅੱਗੇ ਉਹਨੂੰ ਕੋੜ ਹੋਇਆ ਇਤਿਆਦਿ ਕੇ ਸੀ ਵੀ ਇਹ ਠੀਕ ਕਰ ਦਿਓ। ਮਹਾਰਾਜ ਨੇ ਇੱਕ ਬਚਨ ਵਿਅੰਗਾਤਮਕ ਤਰੀਕੇ ਨਾਲ ਆਖਿਆ, ਕਹਿੰਦੇ ਪੰਡਤ ਜੀ ਇਹ ਕੋੜ ਤਾਂ ਦੂਰ ਹੋ ਜਾਏਗਾ, ਪਰ ਜਿਹੜਾ ਕੋੜ ਤੁਸੀਂ ਸਮਾਜ ਨੂੰ ਲਾਇਆ ਹੈ, ਉਹ ਕੋੜ ਦਾ ਵੀ ਕੋਈ ਨਾ ਕੋਈ ਇਲਾਜ ਕਰੋ। ਆਂਦਾ ਜੀ ਅਸੀਂ ਕਿਹੜਾ ਲਾਇਆ। ਮਹਾਰਾਜ ਕਹਿੰਦੇ ਜਿਹੜਾ ਤੁਸੀਂ ਕਹਿੰਦੇ ਹੋ ਇਹ ਬ੍ਰਾਹਮਣ ਆ, ਇਹ ਖੱਤਰੀ ਆ, ਇਹ ਵੈਸ਼ ਆ, ਇਹ ਸ਼ੂਦਰ ਆ, ਇਹ ਉੱਚਾ ਆ ਨੀਵਾਂ ਆ, ਇਹਦਾ ਪਰਛਾਵੇਂ ਨਾਲ ਪਿੱਟਿਆ ਜੂ। ਕਹਿੰਦੇ ਜਿਹੜਾ ਤੁਸੀਂ ਜਾਤ ਪਾਤ ਦਾ ਵਰਨ ਵੰਡ ਦਾ ਕੋੜ ਸਮਾਜ ਨੂੰ ਪਾ ਦਿੱਤਾ ਨਾ, ਇਹਨੂੰ ਦੂਰ ਕਰੋ, ਇਹਦੇ 'ਚੋਂ ਨਿਕਲਣ ਦਾ ਯਤਨ ਕਰੋ। ਮਹਾਰਾਜ ਨੇ ਪੰਥ ਦੀ ਅਗਵਾਈ ਕੀਤੀ, ਔਰ ਜਿੱਥੇ ਸਤਿਗੁਰਾਂ ਨੇ ਜਾਤ ਪਾਤ ਦੇ ਕੋੜ ਦੀ ਬਾਤ, ਕੁੜੀ ਮਾਰ ਵਰਗੇ ਕਰਮ ਜਿਹੜੇ ਨੇ ਇਹਨਾਂ ਤੋਂ ਹੋੜਿਆ, ਰੋਕਿਆ ਵੀ ਇਹ ਕਰਮ ਜਿਹੜੇ ਨੇ ਉਹ ਸਿੱਖ ਨੇ ਨਹੀਂ ਕਰਨੇ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਜੇ ਦਿੱਲੀ ਦੀ ਧਰਤੀ ਦਾ ਇਤਿਹਾਸ ਅਸੀਂ ਪੜ੍ਹਦੇ ਹਾਂ ਤੇ ਵੇਖੋ ਦਾਤੇ ਨੇ ਏਡੀ ਹਕੂਮਤ ਦਾ ਮਾਲਕ, ਜਦੋਂ ਅਸੀਂ ਅੱਜ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਨਾ, ਤੇ ਸਾਨੂੰ ਇਹ ਚੇਤੇ ਰੱਖਣਾ ਚਾਹੀਦਾ, ਇਹ ਉਹ ਦਰ ਆ ਜਿੱਥੇ ਆ ਕੇ ਔਰੰਗਜ਼ੇਬ ਵਰਗਾ ਵੀ ਅੱਧੀ ਘੜੀ ਦਰਵਾਜ਼ੇ 'ਤੇ ਖਲੋ ਕੇ ਤਰਲੇ ਲੈਂਦਾ ਰਿਹਾ ਵੀ ਮੈਨੂੰ ਇੱਕ ਵਾਰ ਦਰਸ਼ਨ ਦੇ ਦਿਓ। ਮਹਾਰਾਜ ਕਹਿੰਦੇ ਨਹੀਂ। ਹੁਣ ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਕਿ ਉਹ ਬੰਦਾ ਆਪਣੇ ਭਰਾਵਾਂ ਦਾ ਕਾਤਲ ਹੈ, ਆਪਣੇ ਪਿਓ ਦਾ, ਫਿਰ ਉਹਨੇ ਤਖਤ ਲਿਆ, ਫਿਰ ਉਹ ਜ਼ੁਲਮ ਕਰ ਰਿਹਾ ਏਡੇ ਏਡੇ ਵੱਡੇ। ਜ਼ੁਲਮੀ ਬੰਦਾ ਜਦੋਂ ਕਿਸੇ ਧਾਰਮਿਕ ਬੰਦੇ ਨਾਲ, ਸਤਿਗੁਰੂ ਤਾਂ ਨਿਰੰਕਾਰ ਸਰੂਪ ਹੈ, ਉਹਨੂੰ ਕੋਈ ਧਰਮੀ ਲੋਕ ਉਹਦੇ ਨਾਲ ਖਲੋਂਦੇ ਆ, ਅੱਜ ਕੱਲ੍ਹ ਦੀ ਗੱਲ ਕਹਿ ਲਓ ਵੀ ਉਹਨੂੰ ਸਰਪਾਓ ਪਾ ਦਿੰਦੇ ਆ, ਉਹਨੂੰ ਇੱਜ਼ਤ ਮਾਣ ਦਿੰਦੇ, ਇਹਦਾ ਮਤਲਬ ਇਹ ਹੁੰਦਾ ਕਿ ਅਸੀਂ ਤੇਰੇ ਨਾਲ, ਵੀ ਸਾਨੂੰ ਤੇਰੇ ਕੀਤੇ ਹੋਏ ਕੰਮਾਂ ਤੋਂ ਕੋਈ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੈ ਸ਼ਿਕਾਇਤ ਨਹੀਂ ਹੈ, ਤੂੰ ਠੀਕ ਹੈ। ਲੇਕਿਨ ਜਦੋਂ ਅਸੀਂ ਕਹਿੰਦੇ ਹਾਂ ਕਿ ਨਹੀਂ, ਮੈਂ ਇਹੋ ਜਿਹੇ ਮਨੁੱਖ ਦੇ ਮੱਥੇ ਵੀ ਨਹੀਂ ਲੱਗਣਾ ਚਾਹੁੰਦਾ, ਇਹ ਇਹੋ ਜਿਹੇ ਨੇ ਕਰਮ ਕੀਤੇ ਆ, ਇਹ ਹੁੰਦਾ ਹੈ ਕਿ ਅਗਲੇ ਨੂੰ ਅਹਿਸਾਸ ਕਰਾਉਣਾ ਤਾਂ ਕਿ ਉਹ ਰਿਅਲਾਈਜ਼ ਕਰੇ ਕਿ ਮੈਂ ਏਡੇ ਵੱਧ ਕਰਮ ਕੀਤੇ। ਪਰ ਅਸੀਂ ਕਈ ਵਾਰ ਕਈਆਂ ਜਦੋਂ ਵੇਖਦੇ ਹਾਂ, ਆਂਦੇ ਤੁਹਾਨੂੰ ਪਤਾ ਤਾਂ ਹੈਗਾ ਉਹ ਬੰਦਾ ਇਸ ਤਰ੍ਹਾਂ ਦਾ ਹੈ, ਤੁਸੀਂ ਫਿਰ ਉਹਨੂੰ ਸਰੋਪਾ ਦੇਈ ਜਾ ਰਹੇ ਹੋ। ਕਹਿੰਦੇ ਜੀ ਪਤਾ ਤਾਂ ਸਾਨੂੰ ਵੀ ਆ, ਪਰ ਮਜਬੂਰੀ ਹੈ ਜੀ, ਕਰਨਾ ਪੈਂਦਾ ਜੀ, ਇੰਝ ਜੀ ਉਂਝ ਜੀ, ਆਹ ਚੀਜ਼ਾਂ ਆ ਜਾਂਦੀਆਂ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਜਿਹੜਾ ਬੰਦਾ ਗਲਤ ਹੈ, ਅੱਜ ਜਦੋਂ ਵੀ ਜਿਹਨੂੰ ਸਮਾਜ ਵਿੱਚ ਜਿਹਦੀ ਕੋਈ ਪ੍ਰਤਿਸ਼ਠਾ ਹੈ ਧਰਮ ਦੀ ਦੁਨੀਆ ਵਿੱਚ, ਉਹਨੂੰ ਸੋਚ ਕੇ ਜ਼ਰੂਰ ਇਹ ਕਰਮ ਕਰਨਾ ਚਾਹੀਦਾ। ਕਿਸੇ ਇਹੋ ਜਿਹੇ ਬੰਦੇ ਦੇ ਨਾਲ ਉਹ ਕਦੇ ਨਾ ਖਲੋਵੇ, ਕਿਉਂਕਿ ਉਹ ਲੋਕ ਤਾਂ ਯਤਨ ਕਰਦੇ ਆ, ਮੁੜ ਕੇ ਉਹੀ ਤਸਵੀਰਾਂ ਨੂੰ ਵੇਖੋ ਜੀ, ਮੈਨੂੰ ਤਾਂ ਬਾਬਾ ਜੀ ਨੇ ਆਸ਼ੀਰਵਾਦ ਦਿੱਤਾ, ਜੇ ਮੈਂ ਏਡਾ ਮਾੜਾ ਹੁੰਦਾ ਤਾਂ ਉਹ ਮੈਨੂੰ ਨੇੜੇ ਲੱਗਣ ਦਿੰਦੇ ਸੀ। ਔਰ ਉਹ ਚਾਹੀਦਾ ਜਿਨ੍ਹਾਂ ਨੂੰ ਲੋਕ ਮਾਣ ਸਨਮਾਨ ਦਿੰਦੇ, ਸਮਾਜ ਵਿੱਚ ਉਹਨਾਂ ਦੀ ਕੋਈ ਥਾਂ ਆ, ਤਾਂ ਉਹ ਯਤਨ ਕਰਨ ਕਿ ਇਹੋ ਜਿਹੇ ਲੋਕਾਂ ਦੇ ਨਾਲ ਮਿਲਵਰਤਨ ਦੀ ਕਹਾਣੀ ਨਾ ਹੋਵੇ, ਤਾਂ ਕਿ ਉਹਨਾਂ ਨੂੰ ਰਿਅਲਾਈਜ਼ ਹੋਵੇ ਬਈ ਮੈਂ ਏਡੇ ਬਦ ਕਰਮ, ਏਡੇ ਮਾੜੇ ਕੰਮ ਕੀਤੇ ਆ ਕਿ ਮੈਨੂੰ ਉਹਨਾਂ ਨੇ ਨੇੜੇ ਨਹੀਂ ਲੱਗਣ ਦਿੱਤਾ। ਅੱਧੀ ਘੜੀ ਆ ਕੇ ਬੰਗਲਾ ਸਾਹਿਬ ਦੇ ਦਰਵਾਜ਼ੇ 'ਤੇ ਉਹ ਤਰਲੇ ਲੈਂਦਾ ਰਿਹਾ,
ਲੇਕਿਨ ਮਹਾਰਾਜ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਔਰ ਜਿਹਨੂੰ ਇਤਿਹਾਸ ਵਿੱਚ ਪਹਿਲਾ ਜ਼ਫਰਨਾਮਾ ਕਹਿੰਦੇ ਆ, ਜਦੋਂ ਨੇ ਆਖਿਆ ਵੀ ਆਪਦੇ ਪੁੱਤਰ ਰਾਹੀਂ ਵੀ ਕੋਈ ਉਪਦੇਸ਼ ਤਾਂ ਦਿਓ ਮੈਨੂੰ, ਮਹਾਰਾਜ ਨੇ ਫਿਰ 2 ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ, ਜਿਹਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ। ਸਾਹਿਬ ਨੇ ਉੱਥੇ ਪਹਿਲਾ ਬੋਲ ਲਿਖਿਆ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਕਵਰ ਨਾ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਰਾਜ ਰੰਗ ਮਾਲ ਰੰਗ, ਰੰਗ ਰੱਤਾ ਨੱਚੈ ਨੰਗ। ਨਾਨਕ ਠੱਗਿਆ ਮੁੱਠਾ ਜਾਏ, ਵਿਣ ਨਾਮੇ ਪਤ ਗਿਆ ਗਵਾਏ। ਕਿਆ ਖਾਧੈ ਕਿਆ ਪਹਿੰਦਾ ਹੋਏ, ਜਾਮਾ ਨਾ ਹੀ ਸੱਚਾ ਸੋਏ। ਇਹ ਬਚਨ ਉਹਨੇ ਜਦੋਂ ਪੜ੍ਹੇ ਤੇ ਝੰਜੋੜਿਆ ਗਿਆ। ਔਰ ਸਤਿਗੁਰਾਂ ਨੇ ਜੇ ਉੱਥੇ ਸਮਾਂ ਪਿਆ, ਜੇ ਦੁੱਖਾਂ ਦੀ ਬਾਤ ਆਈ ਤੇ ਸਭਨਾਂ ਦੇ ਦੁੱਖਾਂ ਨੂੰ ਹਰਨ ਲਈ ਮਹਾਰਾਜ ਦਿੱਲੀ ਦੀਆਂ ਗਲੀਆਂ ਵਿੱਚ ਆਪ ਨਿਕਲੇ, ਆਪ ਰੋਗੀਆਂ ਦੀ ਸੰਭਾਲ ਕੀਤੀ, ਉਹਨਾਂ ਨੂੰ ਸੰਭਾਲਿਆ। ਅੱਜ ਵੀ ਸੰਗਤਾਂ ਸ਼ਰਧਾ ਨਾਲ ਬੰਗਲਾ ਸਾਹਿਬ ਜਾਂਦੀਆਂ, ਜਲ ਛਕਦੀਆਂ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਖੜੋ ਕੇ ਅਰਦਾਸ ਕਰਦੀਆਂ। ਜੋ ਦਸਮ ਪਾਤਸ਼ਾਹ ਜੀ ਨੇ ਬਚਨ ਆਖਿਆ ਉਹ ਭਾਵਨਾ ਨਾਲ ਗੁਰੂ ਕੇ ਸਿੱਖ ਪੜ੍ਹਦੇ ਆ, ਔਰ ਅੱਜ ਵੀ ਉਹ ਰਹਿਮਤਾਂ ਵਰਸਦੀਆਂ। ਇਹ ਮਹਾਰਾਜ ਨੇ ਬਚਨ ਇੱਕ ਬੱਚੇ ਲਈ, ਉਸੇ ਸਤਿਗੁਰਾਂ ਦੇ ਸਪੁੱਤਰ ਨੇ, ਉਹਨਾਂ ਲਈ ਆਖਿਆ ਕਿ ਇਹਦੇ ਕੋਈ ਮੱਥੇ ਨਾ ਲੱਗੇ ਰਾਮ ਰਾਏ ਦੇ, ਇਹ ਕਿਸੇ ਨੂੰ ਕੋਈ ਇਹਨੂੰ ਮੂੰਹ ਨਾ ਲਾਵੇ, ਜਿਹੜਾ ਲਾਏਗਾ ਭਾਈ ਉਹ ਆਪਣੇ ਦੋਨੋਂ ਜਹਾਨ ਖਰਾਬ ਕਰ ਲਏਗਾ। ਤੇ ਇੱਕ ਸਪੁੱਤਰ ਗੁਰੂ ਅਨੁਸਾਰੀ ਹੋ ਕੇ ਉਹ ਮਹਾਰਾਜ ਤਖਤ ਤੇ ਬੈਠੇ, ਉਹਨਾਂ ਲਈ ਇਹ ਬਚਨ ਲਿਖਿਆ ਕਿ ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ, ਕਰ ਨੌ ਨਿਧਿ ਆਵੈ ਤਾਏ। ਤੇ ਮਹਾਰਾਜ ਨੇ ਮਿਰਜ਼ਾ ਰਾਜਾ ਜੈਚੰਦ ਦੀ ਉਸ ਰਾਣੀ ਨੂੰ ਇਹ ਗੱਲ ਕਹੀ ਸੀ ਜਿਹੜੀ ਗੋਲੀ ਬਣ ਕੇ ਪਰਖ ਕਰਦੀ ਹੈ। ਮਹਾਰਾਜ ਕਹਿੰਦੇ ਨਾ ਭਾਈ, ਗੁਰੂ ਦੀ ਪਰਖ ਨਹੀਂ ਕਰੀਦੀ, ਗੁਰੂ ਤੋਂ ਤੇ ਅਸੀਸਾਂ ਰਹਿਮਤਾਂ ਬਖਸ਼ਿਸ਼ਾਂ ਪ੍ਰਾਪਤ ਕਰੀਦੀਆਂ। ਉਹ ਅਸਥਾਨ ਅੱਜ ਜਿਹੜਾ ਕੇਵਲ ਬੰਗਲਾ ਸੀ, ਰਾਜਿਆਂ ਦੇ ਬੰਗਲੇ ਬਥੇਰੇ ਹੋਏ, ਮਿਟ ਗਏ, ਖੰਡਰ ਬਣ ਗਏ, ਕੋਈ ਨਹੀਂ ਜਾਣਦਾ, ਪਰ ਜਿੱਥੇ ਸਾਹਿਬ ਜਾ ਕੇ ਟਿਕਾਣਾ ਕਰ ਲਿਆ ਉਹ ਬੰਗਲਾ ਨਹੀਂ, ਉਹ ਬੰਗਲਾ ਸਾਹਿਬ ਹੋ ਗਿਆ। ਤੋ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ, ਵਧਾਈਆਂ ਹੋਣ ਜੀ। ਸਤਿਗੁਰੂ ਸਭਨਾਂ ਨੂੰ ਨਾਮਦਾਨ ਦੀ ਦਾਤ, ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।